शांति दे पुंज दया दी मूर्ति गुरु अर्जन देव जी महाराज जी उन्हां दी रसना तो गायन किया होया है, जो कि बहुत ही प्यारा राग सोरठ। उस दे विच 619 अंग दे उपर ज्ञान दे सागर ब्रह्मंड दे बादशाह श्री गुरु ग्रंथ साहिब जी महाराज विच दर्ज है। गुरु अर्जन देव जी महाराज ने इस शब्द के अंदर सिमर सिमर गुर सतगुर अपना सगला दुख मिटाया, ताप रोग गए गुर बचनी मन इच्छे फल पाया। मेरा गुर पूरा सुख दाता करण कारण समरथ स्वामी पूर्ण पुरख विदाता। अपने मुरशद नूं भाव की गुरु रामदास जी नूं, परमेश्वर नूं भाव की परमात्मा नूं गुरु महाराज ने संपूर्ण दसिया है। देखो आसे पासे आपां जिन्नियां भी चीज़ां ते निगाह मारदे हां, हर चीज़ नूं ये नहीं कहा जा सकदा कि संपूर्ण है हो चुकी है। हर इंसान दे विच कमियां ने, चंगे तो चंगा इंसान भी कोई होगा, उहदे विच भी कोई गलती होगी, अवगुण होगा, कोई कमी होगी, कोई बैड हैबिट होगी, माड़े तो माड़ा इंसान होगा, उच भी चंगियाई होगी। हर बंदा अंदरों काला ते सफेद रंग दा है, कल्ले चमड़ी दे रंग ही नहीं सफेद हुंदे, सामले हुंदे, काले हुंदे, चमड़ी नहीं। अंदरों भी बंदा असल दे विच ब्लैक एंड वाइट आ। अंदरों हर बंदे च कुछ ना कुछ कमियां ते कुछ ना कुछ गुण लुके हुंदे ने। साडी जिंदगी च अजिहे उस्ताद आउंदे ने जिहड़े साडे छुपे हुए गुणां नूं निखार दिंदे ने, जिहदे नाल असीं उहनूं बाहर कड्ढण च सफल हो जांदे हां। दुनिया में कुछ ऐसे भी कमल होते हैं, खिलते नहीं पर वक्त उज्जल होते हैं। जे बात जुदा है कि वो तामीर न हो, हर जेहन में कुछ ताज महल होते हैं। हर बंदे दे अंदर ताज महल छुपिया होया वा, पर उन्होंने प्रगट नहीं करना आउंदा। गुरु अर्जन देव जी कह रहे ने, मैं सारा जग देख लिया घूम के, अपनी दृष्टि दे नाल सारी दुनिया देखी है, एक तू ही आ जिहड़ा कि पूरा लगा मैनूं। मेरा गुर पूरा सुख दाता, पूरा भी आ ते सुखां दा दाता भी आ। देखो यही तां रिश्तिਆਂ ਦੇ ਵਿੱਚ ਅਸੀਂ ਲੱਭਦੇ ਹਾਂ ਨਾ। ਤੁਸੀਂ ਵੇਖਿਓ ਕਦੇ ਧਿਆਨ ਦੇ ਨਾਲ, हर बंदा रिश्ते ਦੇ ਵਿੱਚ संपूर्ण ਭਾਲਦਾ है, 100% सही संपूर्णता। पत्नी चाहती आ उन्होंने अजिहा पति मिले जिहड़ा कि उहदी ही सुने, उन्होंने ही समझे, संपूर्ण होवे, जो दियां सारियां ख्वाहिशां तमन्ना आसां उम्मीदां नूं पूरा करे। पत्नी जिहड़ी आ ये चाहती आ, पति भी यही चाहता है कि उहदी पत्नी जिहड़ी आ ਉਹਦੀਆਂ ਉਮੀਦਾਂ ਤੇ ਖਰੀ ਉਤਰੇ। ਸੰਪੂਰਨ ਰਿਸ਼ਤੇ ਅਸੀਂ ਲੱਭਦੇ ਹਾਂ, ਭਾਲਦੇ ਹਾਂ। ਕਿਹਾ ਜਾਂਦਾ ਵੀ ਇਨਸਾਨ ਜਦੋਂ ਸੰਪੂਰਨ ਲੱਭਣ ਜਾਂਦਾ ਨਾ, ਉਦੋਂ ਉਦਾਸ ਹੋ ਜਾਂਦਾ। ਕਾਰਨ ਇਹ ਆ ਵੀ ਬੰਦਾ ਪੂਰਾ ਸੰਪੂਰਨ ਨਹੀਂ, ਕਿਤੇ ਨਾ ਕਿਤੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਕੋਈ ਨਾ ਕੋਈ ਜਿਹੜੀ ਕਮੀ ਆ ਉਹ ਰਹਿ ਹੀ ਜਾਂਦੀ ਆ।
ਕਿਹਾ ਜਾਂਦਾ ਹੈ ਕਿ ਇਨਸਾਨ ਸੰਪੂਰਨ ਦੀ ਤਲਾਸ਼ ਦੇ ਵਿੱਚ ਆ, ਪਰ ਉਹਨੂੰ ਇਹ ਗੱਲ ਨਹੀਂ ਪਤਾ। ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਮੇਰਾ ਗੁਰ ਪੂਰਾ ਸੁਖ ਦਾਤਾ। ਇੱਕ ਗੁਰੂ ਹੀ ਆ, ਇੱਕ ਰੱਬ ਹੀ ਆ ਜਿਹੜਾ ਪੂਰਾ ਵਾ, ਸੰਪੂਰਨ, ਜੋ ਕਦੇ ਭੁੱਲ ਨਹੀਂ ਕਰਦਾ, ਕਦੇ ਗਲਤੀ ਨਹੀਂ ਕਰਦਾ। ਬਾਕੀ ਰਿਸ਼ਤਿਆਂ ਵਿੱਚ ਜਿੰਨੇ ਵੀ ਤੁਸੀਂ, ਮੈਂ, ਅਸੀਂ ਸਾਰੇ ਇਨਵੋਲਵ ਹਾਂ। ਸਾਡੇ ਤੋਂ ਗਲਤੀਆਂ ਹੋਈਆਂ ਨੇ, ਗਲਤੀਆਂ ਕਰਾਂਗੇ ਤੇ ਗਲਤੀਆਂ ਕਰ ਰਹੇ ਹਾਂ। ਕਾਰਨ ਕੀ ਆ? ਕਾਰਨ ਇਹਦਾ ਇਹ ਆ, ਅਸੀਂ ਸੰਪੂਰਨ ਨਹੀਂ ਹੈਗੇ। ਸੰਪੂਰਨ ਦੇ ਨਾਲ ਜੁੜਾਂਗੇ ਤਾਂ ਕਿਤੇ ਜਾ ਕੇ ਸੰਪੂਰਨ ਹੋਵਾਂਗੇ ਨਾ, ਪਰ ਜੁੜੇ ਨਹੀਂ ਅਸੀਂ ਹਜੇ। ਸੰਪੂਰਨ ਮਨੁੱਖ ਹੋਣਾ, ਆਪਣੀ ਹਸਤੀ ਨੂੰ ਘੜਨ ਤੇ ਜ਼ੋਰ ਲਾਉਣਾ ਬਹੁਤ ਔਖੀਆਂ ਤੇ ਉੱਚੀਆਂ ਗੱਲਾਂ ਹੋ ਜਾਂਦੀਆਂ ਨੇ। ਇਹ ਥੋੜਾ ਜਿਹਾ ਰਾਹ ਬੜਾ ਬੇਖਮਾ ਔਖਾ ਹੈ। ਬੰਦੇ ਨੇ ਆਪਣੇ ਜਾਲ ਆਪ ਬੁਣੇ ਨੇ। ਇਨਸਾਨ ਜਿਹੜਾ ਹੈ ਉਹ ਆਪਣੇ ਜਾਲ ਬੁਣ ਕੇ ਆਪ ਹੀ ਉਹਦੇ 'ਚ ਫਸਦਾ, ਫਿਰ ਸਾਰੀ ਜ਼ਿੰਦਗੀ ਉਹ ਤੋਂ ਉਹਦੇ ਵਿੱਚੋਂ ਨਿਕਲਿਆ ਨਹੀਂ ਜਾਂਦਾ। ਬੜਾ ਔਖਾ ਹੈ ਸੰਪੂਰਨ ਹੋਣਾ, ਮਾਲਕ ਦੇ ਨਾਲ ਇੱਕਮਿਕ ਹੋਣਾ, ਉਹਦੇ ਜੈਸਾ ਸੁਭਾਅ ਬਣਾਉਣਾ, ਉਹਦੇ ਵਾਲੇ ਗੁਣ ਆਪਣੇ 'ਚ ਲੈ ਕੇ ਆਉਣੇ ਬੜਾ ਔਖਾ ਹੈ। ਇੱਕ ਫਕੀਰ ਸਨ, ਬਾਜ਼ਾਰ ਦੇ ਵਿੱਚ ਜਾ ਰਹੇ ਸੀ ਤੇ ਕਹਿ ਰਹੇ ਸੀ, ਦੁਨੀਆ ਦੇ ਲੋਕੋ ਸੁਣੋ ਸੁਣੋ ਸੁਣੋ, ਇਹ ਜ਼ਿੰਦਗੀ ਤੋਂ ਪਰੇ ਵੀ ਇੱਕ ਜ਼ਿੰਦਗੀ ਆ। ਉਹਨੂੰ ਰੂਹਾਨੀਅਤ ਕਹਿੰਦੇ ਨੇ। ਸੁਣੋ ਕਹਿ ਰਹੇ ਸਨ ਲੋਕੋ, ਕੇਵਲ ਦੌੜ ਭੱਜ ਹੀ ਜ਼ਿੰਦਗੀ ਨਹੀਂ, ਉਹ ਮਾਲਕ ਦੇ ਗੁਣਾਂ ਨੂੰ ਯਾਦ ਕਰਕੇ ਜਿਉਣਾ ਵੀ ਇੱਕ ਜ਼ਿੰਦਗੀ ਆ। ਉਹਨੂੰ ਰੂਹਾਨੀਅਤ ਕਹਿੰਦੇ ਨੇ। ਇਹ ਆਖ ਰਹੇ ਅਸੀਂ। ਜਿਵੇਂ ਕਿ ਮੌਲਾਨਾ ਰੂਮੀ ਜੀ ਇੱਕ ਬਹੁਤ ਸੁੰਦਰ ਗੱਲ ਕਹਿੰਦੇ ਨੇ, ਕਹਿੰਦੇ ਨਾ, ਜੇ ਆਪਾਂ ਬੋਹੜ ਦੇ ਦਰਖਤ ਦਾ ਬੀਜ ਆਪਣੀ ਹਥੇਲੀ ਤੇ ਰੱਖ ਕੇ ਕਿਸੇ ਬੱਚੇ ਨੂੰ ਕਹੀਏ, ਬੀਜ ਬਿਲਕੁਲ ਛੋਟਾ ਜਿਹਾ ਹੁੰਦਾ ਉਹਦਾ ਆਕਾਰ, ਬਈ ਇਹ ਦਰਖਤ ਬਣ ਜਾਏਗਾ। ਕਹਿੰਦੇ ਬੱਚੇ ਕਦੇ ਮੰਨਣ ਨੂੰ ਰਾਜ਼ੀ ਨਹੀਂ ਹੋਣਗੇ। ਉਹ ਕਹਿਣਗੇ ਇੰਨਾ ਨਿੱਕਾ ਬੀਜ ਤੇ ਇਹ ਬਣ ਜਾਂਦਾ ਬਰਗਦ ਦਾ ਦਰਖਤ, ਬੋਹੜ ਦਾ ਦਰਖਤ ਬਣ ਜਾਂਦਾ। ਯਕੀਨ ਨਹੀਂ ਆਉਂਦਾ, ਕਹਿੰਦੇ ਪਰ ਸਮਾਂ ਲੱਗਦਾ, ਬਣ ਜਾਂਦਾ। ਸਾਹਮਣੇ ਉਹਦੇ ਉਗਾਵਾਂਗੇ, ਫਿਰ ਦੇਖਭਾਲ ਕਰਾਂਗੇ ਤੇ ਉਹ ਹੋ ਜਾਏਗਾ ਫਲੀਭੂਤ। ਬੀਜ ਹੀ ਤਾਂ ਦਰਖਤ ਬਣਦਾ ਨਾ। ਇੱਦਾਂ ਹੀ ਕਹਿੰਦੇ ਜਦੋਂ ਮਾਂ ਦੇ ਗਰਭ ਦੇ ਵਿੱਚ ਬੱਚਾ ਹੁੰਦਾ, ਉਦੋਂ ਜੇ ਉਹਨੂੰ ਕਿਹਾ ਜਾਵੇ ਇਦੋਂ ਬਾਹਰ ਵੀ ਇੱਕ ਜ਼ਿੰਦਗੀ ਆ, ਉਹਨੇ 9 ਮਹੀਨੇ ਉਹਦੇ ਵਿੱਚ ਰਹਿਣਾ ਹੁੰਦਾ, ਉਹਨੂੰ ਕਿਹਾ ਜਾਵੇ ਵੀ ਇਦੋਂ ਬਾਹਰ ਇੱਕ ਜ਼ਿੰਦਗੀ ਆ, ਉੱਥੇ ਦੁਨੀਆ ਵਾ, ਉੱਥੇ ਸੂਰਜ ਚੜ੍ਹਦਾ, ਉੱਥੇ ਛਿਪਦਾ, ਫੁੱਲ ਖਿੜਦੇ ਨੇ, ਬਾਜ਼ਾਰ ਨੇ, ਉਹ ਕਦੇ ਮੰਨੇਗਾ ਨਹੀਂ। ਮੌਲਾਨਾ ਰੂਮ ਜੀ ਕਹਿੰਦੇ ਇੱਦਾਂ ਹੀ ਕਹਿੰਦੇ ਸਾਡਾ ਹਾਲ ਆ। ਜਦੋਂ ਸਾਨੂੰ ਗੁਰੂ ਸਮਝਾਉਂਦਾ ਹੈ, ਰੂਮੀ ਜੀ ਕਹਿੰਦੇ ਨੇ, ਕਹਿੰਦੇ ਉਦੋਂ ਅਸੀਂ ਕਹਿੰਦੇ ਆ ਵੀ ਨਹੀਂ, ਇਹ ਦੁਨੀਆ ਇੱਦਾਂ ਦੀ ਹੋ ਹੀ ਨਹੀਂ ਸਕਦੀ। ਜਿਵੇਂ ਗਰਭ 'ਚ ਪਿਆ ਹੋਇਆ ਬੱਚਾ ਮੰਨਣ ਨੂੰ ਰਾਜ਼ੀ ਨਹੀਂ ਕਿ ਬਾਹਰ ਵੀ ਕੋਈ ਦੁਨੀਆ ਹੈਗੀ ਆ ਮਾਂ ਦੇ ਪੇਟ ਤੋਂ, ਇਵੇਂ ਲੋਕ ਮੰਨਣ ਨੂੰ ਰਾਜ਼ੀ ਨਹੀਂ ਹਜੇ ਵੀ ਰੂਹਾਨੀ ਜ਼ਿੰਦਗੀ ਵੀ ਹੁੰਦੀ ਆ। ਇਹ ਫਕੀਰ ਰੌਲਾ ਪਾ ਰਿਹਾ ਉੱਚੀ ਉੱਚੀ, ਕਹਿਣ ਲੱਗਾ ਇਦੋਂ ਵੀ ਪਰੇ ਜ਼ਿੰਦਗੀ ਆ। ਲੋਕਾਂ ਨੇ ਆਖਿਆ ਤੂੰ ਚਲਾ ਜਾ ਇੱਥੋਂ, ਤੈਨੂੰ ਦੁਨੀਆਦਾਰਾਂ ਦੀ ਸਮਝ ਨਹੀਂ, ਇਹ ਪੈਸੇ ਦੀ, ਤੈਨੂੰ ਦੌਲਤ ਦੀ, ਸ਼ੌਹਰਤ ਦੀ ਬਿਲਕੁਲ ਵੀ ਸੋਝੀ ਨਹੀਂ, ਤੂੰ ਚਲਾ ਜਾ ਇੱਥੋਂ। ਰੋਣ ਲੱਗ ਗਿਆ, ਜਾਰੋ ਯਾਰ ਰੋ ਰਿਹਾ ਸੀ ਬਹੁਤ ਜ਼ਿਆਦਾ। ਇਤਨੇ ਸਮੇਂ ਦੇ ਵਿੱਚ ਇੱਕ ਅਸਵਾਰ ਆਇਆ ਘੋੜੇ ਤੇ, ਉਹਨੇ ਦੇਖਿਆ ਫਕੀਰ ਰੋ ਰਿਹਾ। ਫਕੀਰ ਨੂੰ ਪੁੱਛਿਆ, ਕਹਿੰਦਾ ਫਕੀਰੋ ਰੋ ਕਿਉਂ ਰਹੇ ਹੋ? ਯਾਰੋ ਯਾਰ ਇੰਨੀ ਉੱਚੀ ਉੱਚੀ, ਕਾਰਨ ਹੋਊਗਾ ਕੋਈ। ਕਹਿੰਦੇ ਬਸ ਮੈਂ ਮਾਲਕ ਤੇ ਮਖਲੂਕ ਦੀ ਸੁਲ੍ਹਾ ਕਰਾਉਣ ਆਇਆ ਸੀ। ਮਖਲੂਕ ਕਹਿੰਦੇ ਨੇ ਦੁਨੀਆ ਨੂੰ, ਲੋਕਾਂ ਨੂੰ, ਮਾਲਕ ਰੱਬ ਨੂੰ। ਮਾਲਕ ਤੇ ਮਖਲੂਕ ਦੀ ਮੈਂ ਸੁਲ੍ਹਾ ਕਰਾਉਣ ਆਇਆ ਸੀ ਇੱਥੇ, ਲੋਕਾਂ ਦੀ ਤੇ ਰੱਬ ਦੀ।
दसन आया सी कि रूहानी जिंदगी हुंदी आ। कहंदा की ये मन गए ने? वो घोड़सवार पुछदा की ये मन गए ने? वो कहंदा नहीं, मालक तां मन गया, ये नहीं मनदे। मालक तां सुलह करन लई राजी है इन्हां दे नाल, पर ये नहीं मन रहे। कुछ दिनों बाद कब्रिस्तान दे विच बैठा फकीर रो रहा, उही घोड़सवार फिर लंघिया उत्थों दी। कहंदा फकीर रो रहा सी कदे बाजार च, अज कब्रिस्तान च बैठा इत्थे भी रो रहा। कारण की आ? अज रोण दा कारण की है? कहंदा ओही, अज भी मैं इत्थे बैठा, आ जिहड़े कबरां च सुत्ते पए ने, इन्हां दी ते मालक दी, रब दी सुलह कराउण आया। कहंदा की ये मन गए ने अज? ते जां रब मन गया? कहंदा रब तां मन्निया वा, पर ये अज मन्नण जोगे नहीं रहे। हुण मन्नण जोगे नहीं रहे, पहलां मनदे नहीं सी, अज मन्नण जोगे नहीं रहे। सज्जण मेरे रंगले जाए सुते जी राण, हंपी वंजा डुमणी रोवां झीणी बाण, की ना सुने ही गोरीए आपन कन्नी सोए। ओ मना मूर्खा कोई नहीं पता तैनू कदों बुरज शरीर दा ढह जावे। अजराइल फरिश्ता जान तेरी कदों रिड़क वजूद चों लै जावे। ओ माया रखी तजोरियां भर भर के, की पता कद छड्डनी पै जावे। जिउंदे जी कर रबाबिया दान, हत्थीं तेरे दिल दी ना दिल विच रह जावे। वड्डियां वड्डियां हस्तियां मिटाइयां गईयां ने, मौत वाले घाट तो लंघाइयां गईयां ने। एडी वड्डी तुसां दी तादाद कोई ना, तेरी घड़िया मिट्टी दिया मनियाद कोई ना। ये अज कहंदा मन्नण जोगे नहीं रहे, वो तो अज भी मनदा, रब तो अज भी मनदा। फकीर ने आख्या ये सौ गए ने सदा दी नींद, जदों समा सी उदों नहीं मन्ने। इस प्रकार जिंदगी जिहड़ी आ ना, असल दे विच बंदे नूं जिउणा नहीं हुंदा। जिवें कहा जांदा जीवन दी कोई मौत नहीं हुंदी ते मौत दा कोई जीवन नहीं हुंदा, मौत दी कोई जिंदगी नहीं हुंदी। जिन्हां कोल जीवन आ वो फिर मरदे नहीं कदे, उन्हां दी कदे मौत नहीं हुंदी। जिंदगी मिलदी तां वा भी जीवन होवे बंदे कोले, पर बंदा इंसान वो संपूर्णता लभदा। असल दे विच सृष्टियां च असीं संपूर्णता लभदे हां। बच्चे कहने आ साडे पूरे होण, पत्नी कहती मेरे को वो पति होवे जिहड़ा मेरी सुने, मेरा फिक्र करे, मेरे चाह पूरे करे। पति भी इवें चाहुंदा है कि वो पत्नी होवे जो उहदियां कदरां कीमतां दी कदर जाने, उहनूं संभाले, लोड़ पैण ते साथ देवे, संपूर्ण होवे, कोई गलती ना करे। पर इदां कदे भी नहीं हुंदा। मेरा गुर पूरा सुखदाता, करण कारण समरथ सुवामी, पूरन पुरख विधाता। एक चीज़ ही आ कहंदे जिहड़ी संपूर्ण, रब कह लो उहनूं गुरु कह लो, इक्को ही गल आ। दो चीज़ां दे नाम ही वखरे वखरे आ, है कि रब कह लो गुरु कह लो, यही संपूर्ण ने। बाकी तुसीं मैं असीं सारे साडे बच्चे पति पत्नी रिश्तेदार दोस्त सज्जन मित्र सब गलतियां दे पुतले हैं। जिस दिन तुहानूं देखो मैं आपदी जिंदगी विच बहुत गलतियां कीतियां हन, पर मैं अपने आप नूं नफरत नहीं करता। तुसीं भी कीतियां होणगियां, नफरत नहीं करदे। किसे दी एक गलती होण ते असीं किन्नी नफरत दिंदे हां। कहंदे एक चीज़ आ बंदा बिना मापियां बिना तोलियां वंडदा, वो नफरत ही आ। एक गलती किसी की बर्दाश्त करनी बड़ी औखी हो जाती है, पर अपनियां करोड़ां गलतियां जदों तो जम्मे हाँ हुण तक एक नहीं दो नहीं करोड़ां ही हो गई होणगियां, पर अज तक आपदे आप नाल नफरत नहीं कीती। रिश्तेदारी विच जां रिश्तियां च कदरां नहीं जाणदे असीं, एक गलती करके बहुत ज़्यादा नफरत करन लग जांदे। तां ही कहा जांदा बंदा अपने आप नूं बहुत प्यार करदा, पर ये दूजियां नूं नहीं कर पाउंदा। सिमर सिमर गुर सतगुर अपना, सगला दुख मिटाया।
ਤਾਪ ਰੋਗ ਗਏ ਗੁਰ ਬਚਨੀ ਮਨ ਇੱਛੇ ਫਲ ਪਾਇਆ। ਜਦੋਂ ਛੋਟੇ ਹੁੰਦੇ ਸਾਂ ਹਿੰਦੀ ਦੇ ਵਿੱਚ ਇੱਕ ਲੈਸਨ ਪੜ੍ਹਾਉਂਦੇ ਹੁੰਦੇ ਸੀ ਸਕੂਲ 'ਚ, कहना कि जो बेला मन होता है वो शैतान का घर होता है। बेला मन शैतान दा घर हुंदा। इत्थे गुरु जी बहुत सोहना कह रहे ने, कहंदे मैं आपदे मन नूं वेला नहीं रहन दिता। दरअसल गल ये आ, जदों ही तुसीं वेले बैठे हुंदे आ ना, जां तां तुसीं आउण वाले समय दी चिंता करन लग जाना। देखो इहनूं ध्यान दे नाल सुणना, ये गल्लां जिहड़ियां हन ना, ये बहुत महंगियां ने ते बरीक ने, दोनों गल्लां ही आ। जे तुसीं विहले बैठे होवोगे तुहाडे मन ने चिंता करन लग जानी आ आउण वाले समय दी, गौर करना, जां इहने बीते समय दीयां यादां विच जाण लग जाना। दो ही गल्लां करूगा, जां फिर किसे बारे सोचूगा मैं इवें करदा, माड़ा चित पऊगा। जे इहनूं तुसीं सिमर सिमर गुर सतगुर अपना सगला दुख मिटाया, चंगे पासे ला दोगे, चंगे पासे बिजी रखोगे। देखो मन नूं व्यस्त रखदा हाँ मैं, पर किहड़े पासे, ये गल बड़ी जरूरी है। किहड़े पासे व्यस्त रखना? सारा दिन मैं काम करदा हाँ, चलो कई काम ऐसे ने वो दिमाग दे नाल हुंदे ने, कई हत्थां दे नाल असीं करदे हां, आटा गुन्नना, भांडे मांजणे, रसोई दे काम करने। मन कुछ होर कर रहा हुंदा। उदों मैं नाल नाल कीर्तन सुन सकदा, रोटी पकाउंदा, रोटी पकाउंदी, भांडे मांजदी मैं मतलब बाणी सुन सकदी हाँ। वो हो सकता जिवें जिहने लिखत पढ़त दा बैंकां दा काम करना, वो तां नहीं कर सकदा। कई काम दिमागी ने, पूरा ध्यान रखना पऊ, कई हत्थां पैरां नहीं करने आ, उत्थे चीज़ां पॉसीबल ने। तां इस करके सिखां दे विच ना बीबियां दा, मातावां दा, भैणां दा बहुत ज़्यादा महाराज ने इज्जत दित्ती है। किसी धर्म दे विच इन्नी इज्जत नहीं दित्ती गई सी जिन्नी गुरु साहब ने औरत नूं इज्जत दित्ती है। ਤਾਂ ਧਰਮ ਕਿਹਾ ਜਾਂਦਾ ਵੀ ਬੀਬੀਆਂ ਹੀ ਇਹਨੂੰ ਚਲਾਉਂਦੀਆਂ ਨੇ, ਕਿਉਂਕਿ ਉਹਨਾਂ 'ਚ ਸ਼ਰਧਾ ਬਹੁਤ ਹੁੰਦੀ ਆ, ਬਹੁਤ ਜ਼ਿਆਦਾ। ਬੰਦੇ 'ਚ ਮਨੋਵਿਗਿਆਨੀ ਮੰਨਦੇ ਆ ਵੀ ਸ਼ਰਧਾ ਨਹੀਂ ਹੁੰਦੀ, ਗਿਆਨ ਇੰਨਾ ਹੁੰਦਾ, ਸ਼ਰਧਾ ਥੋੜ੍ਹੀ ਹੁੰਦੀ ਆ। ਔਰਤਾਂ ਜਿੰਨੀ ਸ਼ਰਧਾ ਨਹੀਂ ਹੋ ਸਕਦੀ। ਹਾਂ ਹੋਈ ਆ, ਜਿਵੇਂ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜੇ ਹੋਏ ਆ, ਉਹ ਥੋੜ੍ਹੇ ਹੁੰਦੇ ਨੇ, ਪਰ ਬਹੁ ਗਿਣਤੀ 'ਚ ਔਰਤਾਂ ਨੂੰ ਸ਼ਰਧਾ ਦੇਖਣ ਜ਼ਿਆਦਾ ਮਿਲੀ ਆ। ਮਾਤਾ ਖੀਵੀ ਜੀ ਹੋਏ, ਜਿਵੇਂ ਕਿ ਮਾਤਾ ਗੁਜਰ ਕੌਰ ਜੀ ਹੋਏ, ਮਾਤਾ ਮਰੀਅਮ ਜੀ ਹੋਏ, ਕਿਹਦਾ ਆਪਾਂ ਨਾਮ ਲਈਏ, ਬੀਬੀ ਭਾਨੀ ਜੀ ਹੋਏ, ਬਹੁਤ ਬੀਬੀਆਂ ਹੋਈਆਂ। ਤੇ ਇਸ ਪ੍ਰਕਾਰ ਮਾਤਾ ਸੁੰਦਰ ਕੌਰ ਜੀ ਹੋਏ ਨੇ। ਕਹਿਣ ਦਾ ਭਾਵ ਇਹ ਹੈ ਕਿ ਸਾਡਾ ਜਿਹੜਾ ਮਨ ਹੈ ਇਹਨੂੰ ਅਸੀਂ ਕਿਸ ਪਾਸੇ ਲਾ ਕੇ ਰੱਖਣਾ। ਜਦੋਂ ਅਸੀਂ ਵਿਹਲੇ ਹੁੰਦੇ ਹਾਂ, ਇਹ ਗੱਲ ਬਹੁਤ ਜ਼ਿਆਦਾ ਮਾਇਨੇ ਰੱਖਦੀ ਆ ਤੁਹਾਡੇ ਮਨ ਨੂੰ ਚੰਗਾ ਬਣਾਉਣ ਦੇ ਵਿੱਚ। ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਈ। ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ। ਗੁਰੂ ਅਰਜਨ ਦੇਵ ਜੀ ਕਹਿੰਦੇ ਜਦੋਂ ਮੈਂ ਵਿਹਲਾ ਹੁੰਦਾ ਹਾਂ, ਜਦੋਂ ਮੈਂ ਵਿਹਲਾ ਬੈਠਾ ਹੁੰਦਾ ਹਾਂ ਜਾਂ ਕੰਮ ਕਰ ਰਿਹਾ ਹੁੰਦਾ ਹਾਂ, ਉਸ ਵਕਤ ਕਹਿੰਦੇ ਮੈਂ ਚੇਤੇ ਕਰਦਾ। ਸਿਮਰਨਾ ਕਹਿੰਦੇ ਨੇ ਚੇਤੇ ਕਰਨ ਨੂੰ, ਯਾਦ ਕਰਨ ਨੂੰ। ਯਾਦ ਕਿਹਨੂੰ ਕੀਤਾ ਜਾਂਦਾ? ਜਿਹਨੂੰ ਭੁੱਲ ਗਏ ਆ। ਭੁੱਲੇ ਕਿਹਨੂੰ ਆ? ਧੀਆਂ ਪੁੱਤਰਾਂ, ਇਹਨਾਂ ਨੂੰ ਨਹੀਂ ਭੁੱਲੇ। ਪੈਸਾ ਨਹੀਂ ਭੁੱਲੇ, ਖਾਣਾ ਪੀਣਾ ਨਹੀਂ ਭੁੱਲੇ। ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਛੇਤੀ ਕਰ ਜਾਵੋ। ਕਹਿੰਦੇ ਭੁੱਲੇ ਕਿਹਨੂੰ ਹਾਂ? ਰੱਬ ਨੂੰ ਭੁੱਲੇ ਹਾਂ, ਗੁਰੂ ਨੂੰ ਭੁੱਲੇ ਹਾਂ। ਖਾਣਾ ਨਹੀਂ ਭੁੱਲੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਾਣੀ ਪੀਣਾ ਨਹੀਂ ਭੁੱਲੇ, ਰੋਟੀ ਖਾਣੀ ਨਹੀਂ ਭੁੱਲੇ, ਸੌਣਾ ਨਹੀਂ ਭੁੱਲੇ। ਭੁੱਲੇ ਹਾਂ ਤਾਂ ਤੈਨੂੰ ਭੁੱਲੇ ਹਾਂ ਜਾਂ ਮੌਤ ਨੂੰ ਭੁੱਲੇ ਹਾਂ। ਵਿਸਰ ਗਿਆ ਹੈ ਮਰਨਾ। ਬਸ ਇਹਨਾਂ ਨੂੰ ਯਾਦ ਕਰਨਾ ਹੈ।
ਮੌਤ ਨੂੰ ਯਾਦ ਕਰੋਗੇ ਤਾਂ ਵੀ ਤੁਸੀਂ ਰੱਬ ਨੂੰ ਯਾਦ ਕਰ ਰਹੇ ਹੋ, ਉਹਦੀ ਬਣਾਈ ਆ। ਰੱਬ ਨੂੰ ਯਾਦ ਕਰ ਰਹੇ ਹੋ ਤਾਂ ਵੀ ਤੁਸੀਂ ਮੌਤ ਨੂੰ ਚਿੰਤਨ ਕਰ ਰਹੇ ਹੋ। ਨਿਮਰਤਾ ਹੋਊਗੀ ਤੁਹਾਡੇ 'ਚ। ਇੱਕ ਗੱਲ ਹੀ ਆ, ਧਰਮ ਦੀ ਪਹਿਲੀ ਪਛਾਣ ਹੀ ਇਹ ਆ ਵੀ ਉਹ ਬੰਦੇ ਨੂੰ ਮੌਤ ਬਾਰੇ ਚਾਨਣ ਕਰਾਉਂਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਵਿਹਲੇ ਸਮੇਂ ਦੇ ਵਿੱਚ ਮੈਂ ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸਗਲਾ ਦੁੱਖ ਮਿਟਾਇਆ। ਆਪਣੇ ਮਨ ਨੂੰ ਮੈਂ ਚੰਗੇ ਪਾਸੇ ਲਾ ਕੇ ਰੱਖਿਆ, ਗੁਰੂ ਨੂੰ ਯਾਦ ਕੀਤਾ। ਫਿਰ ਕੀ ਹੋਇਆ? ਉਹਦਾ ਫਲ ਕੀ ਮਿਲਿਆ? ਦੁਨੀਆ 'ਚ ਜਿੰਨੇ ਕੰਮ ਕੀਤੇ ਜਾਂਦੇ ਨੇ ਉਹਨਾਂ ਦੇ ਫਲ ਹੁੰਦੇ ਆ। ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਤੁਸੀਂ ਕਰੋ ਨਾ ਤੇ ਉਹਦਾ ਰਿਜ਼ਲਟ ਨਾ ਨਿਕਲੇ। ਰੋਟੀ ਖਾਂਦੇ ਹੋ, ਉਹਦਾ ਰਿਜ਼ਲਟ ਨਿਕਲਦਾ, ਖੂਨ ਬਣ ਜਾਂਦੀ ਹੈ। ਇਸ ਕਰਕੇ ਨਿੱਕੇ ਤੋਂ ਨਿੱਕੇ ਕਰਮਾਂ ਦਾ ਵੀ ਫਲ ਆ, ਸੋਚੇ ਦਾ ਵੀ ਇੱਥੋਂ ਤੱਕ ਫਲ ਆ। ਮਹਾਰਾਜ ਕਹਿੰਦੇ ਸੋਚੇ ਦਾ, ਹਜੇ ਕੀਤਾ ਨਹੀਂ ਮੈਂ, ਸੋਚਿਆ ਹੀ ਆ, ਉਹਦਾ ਵੀ ਫਲ ਆ। ਬੁਰਾ ਸੋਚੋਗੇ ਉਹਦਾ ਫਲ ਆ, ਚੰਗਾ ਸੋਚੋਗੇ ਉਹਦਾ ਫਲ ਆ। ਕੀ ਹੋਇਆ ਜਦੋਂ ਮੈਂ ਤੈਨੂੰ ਯਾਦ ਕੀਤਾ? ਤਾਪ ਰੋਗ ਗਏ ਗੁਰ ਬਚਨੀ, ਮਨ ਇੱਛੇ ਫਲ ਪਾਇਆ। ਮੇਰੇ ਤਾਪ ਵੀ ਸਾਰਾ ਦਿਨ ਮੈਂ ਕਿੱਥੇ ਲੋਕਾਂ ਦੀ ਫਿਕਰ ਕਰਦਾ ਸੀ, ਅੱਜ ਮੈਂ ਤੈਨੂੰ ਯਾਦ ਕਰਨ ਲੱਗ ਗਿਆ। ਉਹ ਲੋਕਾਂ ਦੀ ਚਿੰਤਾ ਨੱਸ ਗਈ, ਹੁਣ ਕਰਤਾ ਘਰੇ ਆਇਆ। ਇਸ ਕਰਕੇ ਮਨ ਇੱਛੇ ਫਲ ਪਾਇਆ। ਸੋਚਿਆ ਸੀ ਮਾਲਕਾ ਮੇਰਾ ਮਕਾਨ ਬਣ ਜੇ, ਨੌਕਰੀ ਲੱਗ ਜੇ। ਬੰਦਾ ਜਨਮ ਤੋਂ ਲੈ ਕੇ ਬਹੁਤ ਕੁਝ ਸੋਚਦਾ, ਉਹ ਤੂੰ ਮੈਨੂੰ ਦੇ ਦਿੱਤਾ। ਸ਼ਾਦੀ ਹੋ ਜੇ, ਮੇਰੇ ਬੱਚੇ ਹੋਣ, ਅੱਗੇ ਫਿਰ ਬੰਦਾ ਕਹਿੰਦਾ ਮੇਰੇ ਪੋਤੇ ਪੋਤੀਆਂ, ਦੋਤੇ ਦੋਤੀਆਂ ਹੋਣ। ਸਭ ਕੁਝ ਹੋ ਜਾਂਦਾ, ਗੁਰੂ ਸਭ ਦੇ ਦਿੰਦਾ ਹੈ। ਦੇਂਦਾ ਦੇ ਲੈਂਦੇ ਥੱਕ ਪਾਹੇ, ਮੇਰਾ ਗੁਰ ਪੂਰਾ ਸੁਖ ਦਾਤਾ, ਕਰਨ ਕਾਰਨ ਸਮਰੱਥ ਸੁਆਮੀ, ਪੂਰਨ ਪੁਰਖ ਵਿਦਾਤਾ। ਕਹਿੰਦੇ ਹੈ ਗੁਰੂ ਤੂੰ ਸੰਪੂਰਨ ਆ, ਪੂਰਾ ਵੀ ਆ, ਸੁੱਖਾਂ ਦਾ ਦਾਤਾ ਵੀ ਆ, ਕਰਨ ਵੀ ਆ, ਕਾਰਨ ਵੀ ਆ, ਸਮਰੱਥ ਵੀ ਆ, ਪੂਰਨ ਵੀ ਆ, ਪੁਰਖ ਵੀ ਆ। ਪੁਰਖ ਦਾ ਮਤਲਬ ਪੂਰੀ ਪੂਰੀ ਵਸੰਤਾ ਵੀ ਆ, ਵਿਦਾਤਾ ਵੀ ਆ, ਦੁਨੀਆ ਨੂੰ ਸਾਜਣ ਵਾਲਾ। ਅੱਗੇ ਠਹਿਰਾਓ ਹੈ ਰਹਾਓ ਦੇ ਕੇ ਕਹਿੰਦੇ ਨੇ, ਆਨੰਦ ਵਿਨੋਦ ਮੰਗਲ ਗੁਣ ਗਾਵੋ, ਗੁਰੂ ਨਾਨਕ ਭਏ ਦਿਆਲਾ, ਜੈ ਜੈਕਾਰ ਭਏ ਜਗ ਭੀਤਰ, ਹੋਆ ਪਾਰ ਬ੍ਰਹਮ ਰਖਵਾਲਾ। ਉਹਨਾਂ ਦੀ ਕਹਿੰਦੇ ਜੈ ਜੈਕਾਰ ਹੋਈ ਆ ਜਿਨ੍ਹਾਂ ਨੇ ਤੈਨੂੰ ਹਿਰਦੇ 'ਚ ਵਸਾਇਆ ਸੀ। ਉਹਨਾਂ ਨੇ ਆਪਣੇ ਆਤਮਾ ਨੂੰ ਰੰਗ ਵਿੱਚ ਰੰਗਿਆ, ਜਿਨ੍ਹਾਂ ਕਬੀਰ ਸਾਹਿਬ ਜੀ ਹੋਏ, ਨਾਮਦੇਵ ਜੀ ਹੋਏ। ਕਹਿੰਦੇ ਫਿਰ ਉਹਨਾਂ ਦੀ ਮੌਤ ਨਹੀਂ ਹੋਈ। ਜੈ ਜੈਕਾਰ ਭਏ ਜਗ ਭੀਤਰ, ਭੀਤਰ ਅੰਦਰ, ਦੁਨੀਆ ਦੇ ਅੰਦਰ ਸੱਚੇ ਮਾਰਗ ਚੱਲਦੇ ਹਾਂ, ਉਸਤਤ ਕਰੇ ਜਹਾਨ। ਸੱਚੇ ਰਾਹ ਤੇ ਤੁਰਦਿਆਂ ਹੋਇਆਂ ਦੀ ਸਿਫਤ ਕੀਤੀ ਜਾਂਦੀ ਆ ਦੁਨੀਆ ਦੇ ਲੋਕਾਂ ਦੁਆਰਾ। ਕਾਰਨ ਉਹ ਕਹਿੰਦੇ ਨੇ ਇੱਥੇ ਚੱਲਣਾ ਬੜਾ ਔਖਾ ਸੀ ਪਰ ਇਹ ਚੱਲੇ ਨਹੀਂ। ਫਿਰ ਉਹ ਮਰਦੇ ਨਹੀਂ ਕਦੇ। ਜੋ ਆਪ ਨਹੀਂ ਵਿਕਦੇ ਉਹਨਾਂ ਦੀਆਂ ਤਸਵੀਰਾਂ ਬਾਅਦ 'ਚ ਵਿਕਦੀਆਂ ਨੇ। ਹੋਆ ਪਾਰ ਬ੍ਰਹਮ ਰਖਵਾਲਾ, ਜੋ ਆਪ ਵਿਕ ਜਾਂਦੇ ਨੇ, ਜਿਨ੍ਹਾਂ ਦੀਆਂ ਜ਼ਮੀਰਾਂ ਵਿਕ ਜਾਂਦੀਆਂ ਨੇ, ਉਹਨਾਂ ਨੂੰ ਲੋਕ ਲਾਹਨਤਾਂ ਪਾਉਂਦੇ ਨੇ। ਹੋਆ ਪਾਰ ਬ੍ਰਹਮ ਰਖਵਾਲਾ, ਆਨੰਦ ਵਿਨੋਦ ਮੰਗਲ ਗੁਣ ਗਾਵੋ, ਗੁਰੂ ਨਾਨਕ ਭਏ ਦਿਆਲਾ। ਗੁਰੂ ਨਾਨਕ ਜੀ ਦਿਆਲੂ ਹੋ ਗਏ। ਮੈਂ ਹੁਣ ਜਦੋਂ ਵਿਹਲਾ ਬੈਠਾ ਹੁੰਦਾ ਹਾਂ, ਗੁਰੂ ਮਹਾਰਾਜ ਜੀ ਕਹਿੰਦੇ ਉਦੋਂ ਤੇਰੀ ਯਾਦ ਆਉਂਦੀ ਆ, ਲੋਕਾਂ ਦੀ ਚਿੰਤਾ ਨਹੀਂ ਆਉਂਦੀ ਜਾਂ ਹੋਰ ਕੰਮ ਮੈਨੂੰ ਸਤਾਉਂਦੇ ਨਹੀਂ। ਇਨਸਾਨ ਦਾ ਮਨ ਇਹੋ ਜਿਹਾ। ਸੁਖਮਨੀ ਸਾਹਿਬ ਦੇ ਵਿੱਚ ਆਉਂਦੀਆਂ ਨੇ ਪੰਕਤੀਆਂ, ਕਹਿੰਦੇ ਇਹ ਐਸਾ ਹੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੇ। ਨਿਮਖ ਕਹਿੰਦੇ ਨੇ ਪਲਕ ਝਪਕਣ ਨੂੰ, ਬਿਲਕੁਲ ਬਹੁਤ ਥੋੜਾ ਸਮਾਂ ਹੋ ਗਿਆ। ਇੰਨੇ ਸਮੇਂ 'ਚ ਕਹਿੰਦੇ ਸਕਿੰਟ ਤੋਂ ਵੀ ਅੱਧਾ ਹਿੱਸਾ ਹੀ ਬਣ ਜਾਂਦਾ। ਸਕਿੰਟ ਤਾਂ ਹਜੇ ਕੁਝ ਹੁੰਦਾ, ਸਕਿੰਟ ਨੂੰ ਤਾਂ ਟਾਈਮ ਲੱਗਦਾ, ਪਲਕਾਂ ਝਪਕਣਾ ਤਾਂ ਉਦੋਂ ਵੀ ਅੱਧਾ ਹਿੱਸਾ ਤੁਸੀਂ ਕਰੋ। ਇਹਨੂੰ ਨਿਮਖ ਕਹਿੰਦੇ ਨੇ, ਨਿਮਖ। ਇਹਦੇ ਇੰਨੇ ਕੁ ਸਮੇਂ 'ਚ ਚਾਰਾਂ ਹਿੱਸਿਆਂ 'ਚ, ਕੋਨਿਆਂ 'ਚ ਦੁਨੀਆ ਦੇ ਹੋ ਕੇ ਮੁੜੇ ਆਉਂਦਾ। ਨਿਮਖ ਮਾਹੇ ਚਾਰ ਕੁੰਟ ਫਿਰ ਆਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਤੇਜ਼ ਸਾਡਾ ਮਨ,
ਬਹੁਤ ਘੁੰਮਦਾ ਹੈ, ਬਹੁਤ ਘੁੰਮਦਾ ਹੈ। ਹੁਣ ਇਹਨੂੰ ਬੇਨਤੀਆਂ ਕਰਦੇ ਨੇ ਮਹਾਰਾਜ ਵੀ ਤੂੰ ਇਉਂ ਕਿਉਂ ਕਰਦਾ। ਇਵੇਂ ਦੀਆਂ ਪੰਗਤੀਆਂ ਵੀ ਨੇ, ਇਵੇਂ ਦੀਆਂ ਪੰਗਤੀਆਂ ਵੀ ਨੇ, ਤੂੰ ਵੀ ਤੂੰ ਇਉਂ ਕਿਉਂ ਕਰਦਾ ਜਦੋਂ ਤੇਰਾ ਘਰ ਹੀ ਤੇਰਾ ਹਿਰਦਾ ਵਾ, ਕਿਉਂ ਤੂੰ ਬਾਹਰ ਭੱਜਿਆ ਫਿਰਦਾ। ਬੇਨਤੀ ਕਰਦੇ ਹੋਏ ਕਹਿੰਦੇ ਨੇ ਕਹਾਂ ਚੱਲੋ। ਦੇਖੋ ਜਿਹੜਾ ਬੰਦਾ ਮਨ ਨੂੰ ਸਮਝੂਗਾ, ਜਿਹਨੂੰ ਪਤਾ ਇਹ ਬਾਹਰ ਜਾਂਦਾ, ਉਹੀ ਇਹ ਕਹਿ ਸਕਦਾ ਕਹਾਂ ਚੱਲੋ ਮਨ ਰਹੋ ਘਰੇ। ਹੇ ਮੇਰੇ ਮਨ ਤੂੰ ਕਿੱਧਰ ਭੱਜ ਚੱਲਿਆ। ਘਰ ਤਾਂ ਤੇਰਾ ਇਹ ਆ, ਘਰ ਤਾਂ ਤੇਰਾ ਹਿਰਦਾ ਵਾ, ਇੱਥੇ ਟਿਕਿਆ ਰਹੋ, ਕਿਉਂ ਬਾਹਰ ਨੂੰ ਭੱਜਦਾ। ਕਹਾਂ ਚੱਲੋ ਮਨ ਰਹੋ ਘਰੇ। ਇਸ ਕਰਕੇ ਹੇ ਮੇਰੇ ਮਨ ਤੇਰਾ ਘਰ ਤਾਂ ਇਹੀ ਆ, ਕਿੱਥੇ ਤੂੰ ਜਾਵੇਂਗਾ, ਅੰਤ ਤੇਰੇ ਇਹੀ ਕੰਮ ਆਉਣਾ, ਤੂੰ ਹੁਣੇ ਹੀ ਵਾਪਸ ਆ ਜਾ। ਤੂੰ ਬਾਹਰ ਭੱਜਿਆ ਫਿਰਦਾ, ਕਦੇ ਸੱਜੇ ਖੱਬੇ ਇੱਧਰ ਉੱਧਰ, ਫਿਰ ਘੁੰਮ ਕੇ ਆ ਜਾਣਾ। ਸਾਧ ਸੰਗਤ ਪਤਾ ਕੀ ਕਰਦੀ ਆ, ਗੁਰੂ ਦੀ ਸੰਗਤ ਦੀ ਅਹਿਮੀਅਤ ਕੀ ਆ ਵੱਡੀ, ਇਹ ਮਨ ਨੂੰ ਬਾਹਰ ਜਾਣ ਤੋਂ ਰੋਕਦੀ ਆ। ਤਾਂ ਹੀ ਇੱਥੇ ਬਹਿਣਾ ਬਹੁਤ ਸੌਖਾ, ਕਈਆਂ ਲਈ ਗੁਰਮੁਖਾਂ ਲਈ ਸੌਖਾ, ਜਿਹੜੇ ਨਵੇਂ ਸ਼ੁਰੂ ਕਰਦੇ ਨੇ ਉਹਨਾਂ ਲਈ ਬਹੁਤ ਔਖਾ, ਕਿਉਂਕਿ ਉਹ ਗਿੱਜਿਆ ਹੁੰਦਾ ਮਨ ਬਾਹਰ ਭੱਜਣਾ, ਬਾਹਰ ਭੱਜਣਾ, ਫਿਰ ਬਾਹਰ ਭੱਜਣਾ। ਇਹਦਾ ਇਉਂ ਲੱਗਦਾ ਵੀ ਇਹ ਚੀਜ਼ ਐਵੇਂ ਆ ਵੀ ਘੋੜੇ ਤੋਂ ਉਤਰ ਜਾਂਦੀ ਆ। ਮਨ ਨੂੰ ਇਉਂ ਸਮਝੋ, ਇੱਕ ਮਹਾਂਪੁਰਸ਼ਾਂ ਨੇ ਲਿਖਿਆ, ਸਮਝਾਉਣ ਦਾ ਤਰੀਕਾ ਵੈਸੇ ਵਧੀਆ ਹੈ। ਕਹਿੰਦੇ ਆਪਦੇ ਮਨ ਨੂੰ ਇਉਂ ਜਾਣੋ ਜਦੋਂ ਤੁਸੀਂ ਬੈਠੇ ਹੁੰਦੇ ਆ ਗੁਰੂ ਕੋਲੇ, ਕਿ ਜਿਵੇਂ ਘੋੜੇ 'ਤੇ ਸਵਾਰ ਆ, ਤੁਸੀਂ ਇਹਨੂੰ ਘੋੜੇ 'ਤੇ ਬਿਠਾਉਂਦੇ ਹੋ ਵੀ ਚੱਲ, ਟਿਕਾਉਂਦੇ ਹੋ ਵੀ ਇੱਥੇ ਹੁਣ ਟਿਕ ਜਾ, ਆਪਾਂ ਗੁਰੂ ਕੋਲ ਚੱਲਦੇ ਹਾਂ, ਇਹ ਫਿਰ ਉੱਤਰ ਜਾਂਦਾ। ਤੁਸੀਂ ਫਿਰ ਬਿਠਾਉਂਦੇ ਆ ਇਹਨੂੰ, ਇਹ ਫਿਰ ਉੱਤਰ ਜਾਂਦਾ, ਫਿਰ ਬਿਠਾਉਂਦੇ ਆ ਫਿਰ ਉੱਤਰ ਜਾਂਦਾ। ਕਬੀਰ ਸਾਹਿਬ ਜੀ ਨੇ ਇੱਥੋਂ ਤੱਕ ਕਹਿਤਾ, ਕਹਿਤ ਕਬੀਰ ਪੰਚ ਕੋ ਝਗਰਾ, ਝਗਰਤ ਜਨਮ ਗਵਾਇਆ। ਇਹਦੇ ਨਾਲ ਲੜਦਾ 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 ਬੰਦਾ ਮਰ ਜਾਂਦਾ ਹੈ ਮਨ ਦੇ ਨਾਲ। ਇਹੋ ਜਿਹੀ ਚੀਜ਼ ਆ, ਮੰਨਦਾ ਨਹੀਂ। ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਬਹੁਤ ਔਖਾ ਹੈ। ਇਸ ਕਰਕੇ ਇੱਥੇ ਕਹਿ ਰਹੇ ਨੇ ਗੁਰੂ ਮਹਾਰਾਜ ਸਿਮਰ ਸਿਮਰ, ਬਹੁਤ ਔਖੀ ਗੱਲ ਹੈ। ਗੁਰ ਸਤਿਗੁਰ ਆਪਣਾ ਸਗਲਾ ਦੁੱਖ ਮਿਟਾਇਆ। ਯਾਦ ਕਰਨਾ ਉਹਨੂੰ, ਅਸਲ ਦੇ ਵਿੱਚ ਮਾਲਕ ਨੂੰ, ਆਪਦੇ ਮਨ ਨੂੰ ਟਿਕਾਉਣਾ ਹੁੰਦਾ। ਇਹ ਬਹੁਤ ਚੀਜ਼ਾਂ ਵਿੱਚ ਭੱਜਿਆ ਫਿਰਦਾ ਇੱਧਰ ਉੱਧਰ। ਜਿਹੋ ਜਿਹਾ ਬੰਦਾ ਚੀਜ਼ਾਂ ਨੂੰ ਯਾਦ ਕਰੀ ਜਾਂਦਾ, ਇਹ ਆਪਾਂ ਬਹੁਤ ਵਾਰੀ ਅੱਗੇ ਕਲੀਅਰ ਕੀਤੀ ਆ। ਇਹ ਮਨ ਜੈਸਾ ਸੇਵੈ ਤੈਸਾ ਹੋਵੇ। ਵਾਰ-ਵਾਰ ਕਹਿਣ ਦੀ ਲੋੜ ਤਾਂ ਪੈਂਦੀ ਇਹਨਾਂ ਗੱਲਾਂ ਨੂੰ, ਕਿਉਂਕਿ ਇਹੀ ਚੀਜ਼ਾਂ ਅਸੀਂ ਵਾਰ-ਵਾਰ ਕਰਦੇ ਹਾਂ। ਜਿਸ ਚੀਜ਼ ਨੂੰ ਅਸੀਂ ਯਾਦ ਕਰਦੇ ਹਾਂ ਉਹਦੇ ਵਰਗੇ ਅਸੀਂ ਹੋ ਗਏ ਹਾਂ ਅੱਜ ਤੱਕ। ਅਸੀਂ ਗੁਰੂ ਨੂੰ ਯਾਦ ਹੀ ਨਹੀਂ ਕੀਤਾ, ਰੱਬ ਨੂੰ ਯਾਦ ਨਹੀਂ ਕਰ ਪਾਏ, ਤਾਂ ਹੀ ਇਹੋ ਜਿਹੇ ਹਾਂ। ਹਰ ਬੰਦੇ ਨੂੰ ਤੁਸੀਂ ਵੇਖੋ ਆਰਟੀਫਿਸ਼ਲ ਉਹਦੇ 'ਚ ਖੁਸ਼ੀ ਆ, ਨਕਲੀ ਖੁਸ਼ ਨੇ ਲੋਕ, ਉੱਪਰੋਂ ਖੁਸ਼ ਨੇ, ਅੰਦਰੋਂ ਬਹੁਤ ਦੁਖੀ ਨੇ, ਬਹੁਤ ਜ਼ਿਆਦਾ ਦੁਖੀ ਨੇ। ਚਾਹੁੰਦੇ ਨੇ ਇੱਕ ਸੈਕਿੰਡ 'ਚ ਕੋਈ ਹੋਵੇ ਸਾਨੂੰ ਖੁਸ਼ੀ ਦੇ ਦੇਵੇ, ਛੇਤੀ ਸੁਖੀ ਹੋਣਾ ਭਾਲਦੇ ਆ, ਛੇਤੀ ਅਮੀਰ ਹੋਣਾ ਭਾਲਦੇ ਆ। ਇਹਨਾਂ ਚੀਜ਼ਾਂ ਨੇ ਲੋਕਾਂ ਨੂੰ ਡੋਬਿਆ ਵਾ। ਜੋ ਹੈਗੇ ਆ ਉਹ ਲੁਕਾਉਂਦੇ ਨੇ, ਜੋ ਨਹੀਂ ਹੈਗੇ ਉਹ ਦਿਖਾਉਂਦੇ ਨੇ। ਇਹ ਬਹੁਤ ਵੱਡਾ ਪਾਪ ਹੈ ਗੁਰਸਿੱਖ ਪਿਆਰਿਓ। ਸਾਡੇ ਗੁਰੂ ਹਰਿਰਾਏ ਜੀ ਮਹਾਰਾਜ ਨੇ ਆਪਦੀ ਸਾਰੀ ਜ਼ਿੰਦਗੀ ਇਸੇ ਗੱਲ 'ਤੇ ਜ਼ੋਰ ਰੱਖਿਆ ਸੀ, ਸਿੱਖਾ ਇਹ ਨਾ ਹੋਵੇ ਤੂੰ ਉਹ ਬਣ ਜੀ ਜੋ ਤੂੰ ਹੈਗਾ ਹੀ ਨਹੀਂ। ਇਹ ਨਾ ਹੋਵੇ ਤੂੰ ਉਹ ਆਪਣੇ ਆਪ ਨੂੰ ਪੇਸ਼ ਕਰੀ ਜਾਈਂ ਜੋ ਤੂੰ ਦਰਅਸਲ ਹੈ ਹੀ ਨਹੀਂ, ਤੇ ਉਹ ਲੁਕੋਈ ਚੱਲੀ ਜੋ ਤੂੰ ਹੈਗਾ। ਬਹੁਤ ਘਰ ਮੈਂ ਦੇਖਿਆ ਇਹਨਾਂ ਚੀਜ਼ਾਂ ਨੇ ਡੋਬੇ ਨੇ ਤੇ ਡੁੱਬ ਰਹੇ ਨੇ ਅੱਜ ਵੀ। ਇਹ ਚੀਜ਼ਾਂ ਬਹੁਤ ਮਾੜੀਆਂ ਹਨ। ਇਹਨੂੰ ਪਖੰਡ ਕਹਿੰਦੇ ਨੇ, ਇਹਨੂੰ ਕਪਟ ਕਹਿੰਦੇ ਨੇ, ਬਹੁਤ ਮਾੜੀਆਂ ਨੇ। ਤੇ ਗੁਰੂ ਮਹਾਰਾਜ ਤੋਂ ਉਲਟ ਚੱਲ ਕੇ ਕੋਈ ਵੀ ਕਦੇ ਸੌਖਾ ਨਹੀਂ ਰਿਹਾ। ਮੈਂ ਇੱਕ ਪੁਸਤਕ ਪੜ੍ਹੀ ਸੀ, ਬੜੀ ਪਿਆਰੀ ਆ, ਉਹਦੇ ਵਿੱਚ ਇੱਕ ਗੱਲ ਲਿਖੀ ਆ, ਕਹਿੰਦੇ ਰੱਬ ਜਿਹੜਾ ਨਾ, ਰੱਬ ਉਹ ਦੁਨੀਆ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਹੁੰਦਾ। ਕਹਿੰਦੇ ਰੱਬ ਪਹਿਲੀ ਗੱਲ ਇਹ ਆ ਵੀ ਨਿਰਾਸ਼ ਨਹੀਂ ਹੋਇਆ ਹਜੇ ਤੱਕ ਬੰਦੇ ਨੂੰ ਬਣਾ ਕੇ, ਹਜੇ ਨਿਰਾਸ਼ ਨਹੀਂ, ਹਜੇ ਉਹਨੂੰ ਆਸ ਆ ਵੀ ਕੋਈ ਤਾਂ ਹੋਊਗਾ, ਇਹਨਾਂ 'ਚ ਕੋਈ ਤਾਂ ਹੋਊਗਾ ਜਿਹੜਾ ਮੇਰਾ ਉਮੀਦਾਂ 'ਤੇ ਖਰਾ ਉਤਰੂਗਾ।
ਉਹ ਤਾਂ ਹੀ ਵਾਰ-ਵਾਰ ਬੱਚਿਆਂ ਨੂੰ ਜਨਮ ਦੇ ਰਿਹਾ। ਹਜੇ ਇਹ ਕਲਾ ਜਾਰੀ ਹੈ, ਹਜੇ ਉਦਾਸ ਨਹੀਂ ਹੋਇਆ। ਪਰ ਕਹਿੰਦੇ ਜਦੋਂ ਉਹ ਸੁਨੇਹਾ ਦਿੰਦਾ ਆਪਦਾ, ਉਹ ਮਹਾਂਪੁਰਸ਼ਾਂ ਰਾਹੀਂ, ਰੱਬ ਗੁਰੂ ਰਾਹੀਂ ਦਿੰਦਾ। ਜਿਹੜੇ ਗੁਰੂ ਸਾਹਿਬ ਹੁੰਦੇ ਨੇ ਨਾ, ਇਹ ਇੱਕ ਡਾਕੀਏ ਹੁੰਦੇ ਨੇ। ਕਿਹਦੇ? ਰੱਬ ਦੇ ਡਾਕੀਏ। ਇਹ ਉਹਦਾ ਸੁਨੇਹਾ ਲਿਆ ਕੇ, ਚਿੱਠੀ ਪੜ੍ਹ ਕੇ ਸਾਨੂੰ ਸੁਣਾਉਂਦੇ ਨੇ ਵੀ ਰੱਬ ਤੁਹਾਡੇ ਤੋਂ ਇਹ ਉਮੀਦ ਰੱਖੀ ਫਿਰਦਾ, ਇੱਦਾਂ ਦੀ ਜ਼ਿੰਦਗੀ ਬਣਾਓ। ਤੇ ਜਿਹੜੇ ਸੰਤ ਹੁੰਦੇ ਨੇ, ਉਸੇ ਕਿਤਾਬ ਦੇ ਵਿੱਚ ਲਿਖਿਆ, ਕਹਿੰਦੇ ਉਹ ਰੱਬ ਦੀਆਂ ਸੁਹਾਗਣਾਂ ਦੇ ਵਾਂਗ ਹੁੰਦੇ ਨੇ, ਰੱਬ ਨਾਲ ਵਿਆਹੇ ਹੁੰਦੇ ਨੇ। ਜਿਹੜੇ ਰੀਅਲ ਸੰਤ ਆ, ਅਸਲੀ ਸੰਤ, ਇਹ ਬੜੇ ਥੋੜ੍ਹੇ ਹੁੰਦੇ ਨੇ, ਕਰੋੜਾਂ ਪਿੱਛੇ ਕੋਈ ਇੱਕ। ਤੇ ਕਹਿੰਦੇ ਗੁਰੂ ਕੀ ਕਰਦਾ? ਸਾਨੂੰ ਇੱਕ ਚਿੱਠੀ ਪੜ੍ਹ ਕੇ ਸੁਣਾਉਂਦਾ, ਰੱਬ ਦੇ ਡਾਕੀਏ। ਇਹ ਰੱਬ ਦੇ ਡਾਕੀਏ ਹੁੰਦੇ ਨੇ। ਕਹਿੰਦੇ ਨੇ ਆਹ ਦੇਖੋ, ਰੱਬ ਨੇ ਤੁਹਾਡੇ ਤੋਂ ਆਹ ਉਮੀਦ ਰੱਖੀ ਹੋਈ ਆ ਵੀ ਇਹ ਕਰ ਦੋ, ਉਹ ਬਹੁਤ ਮਾਲਕ ਤੁੱਠਾ ਹੋ ਜਾਏਗਾ, ਖੁਸ਼ ਹੋ ਜਾਏਗਾ। ਪਰ ਕੋਈ ਹੁੰਦਾ ਜਿਹੜਾ ਉਸ ਚਿੱਠੀ ਨੂੰ ਪੜ੍ਹਦਾ। ਪਹਿਲਾਂ ਤਾਂ ਲੋਕ ਉਹ ਚਿੱਠੀ ਨੂੰ ਸੁਣਦੇ ਹੀ ਨਹੀਂ। ਜਿਹੜੇ ਗੁਰੂ ਮਹਾਰਾਜ ਰੱਬ ਤੋਂ ਲੈ ਕੇ ਆਉਂਦੇ ਨੇ, ਪੜ੍ਹਦੇ ਨੇ, ਸੁਣਾਉਂਦੇ ਨੇ, ਉਹ ਧਿਆਨ ਨਹੀਂ ਦਿੰਦੇ, ਹੋਰ ਹੀ ਕਿਤੇ ਉਲਝ ਜਾਂਦੇ ਨੇ। ਦੇਖੋ ਇਹ ਬਾਣੀ ਵਿੱਚ ਇਵੇਂ ਪੰਗਤੀਆਂ ਨੇ, ਇਵੇਂ ਤੁਹਾਨੂੰ ਹੋਰ ਕਲੀਅਰ ਹੋਊਗੀ ਇਹ ਗੱਲ। ਗੁਰੂ ਸਾਹਿਬ ਜੀ ਕਹਿੰਦੇ, ਜਦੋਂ ਭਾਈ ਮਰਦਾਨਾ ਜੀ ਹੁੰਦੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੀ ਨਾ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ। ਇਹ ਨਹੀਂ ਸੀ ਕਹਿੰਦੇ ਮੈਂ ਬਾਣੀ ਗਾਉਣੀ ਆ, ਬਾਣੀ ਆਈ ਆ। ਕਿੱਥੋਂ ਆਈ ਆ? ਪਰਮਾਤਮਾ ਤੋਂ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜਿਵੇਂ ਮੈਨੂੰ ਰੱਬ ਨਾਜ਼ਲ ਕਰਦਾ ਮੇਰੀ ਜ਼ੁਬਾਨ ਤੇ, ਤਿਵੇਂ ਮੈਂ ਕਹਿ ਸਕਦਾ। ਜਦੋਂ ਆਉਂਦੀ ਆ ਮੈਂ ਉਦੋਂ ਹੀ ਗਾਉਣਾ, ਮੈਂ ਨਹੀਂ ਬੋਲਦਾ, ਰੱਬ ਬੋਲਦਾ। ਭਾਵ ਕਿ ਮੈਂ ਆਪਣੇ ਵੱਲੋਂ ਇੱਕ ਚੀਜ਼ ਨਹੀਂ ਜੋੜ ਰਿਹਾ। ਚਿੱਠੀ ਜਿਹੜੀ ਆ ਰੱਬ ਦੀ, ਮੈਂ ਜਿਉਂ ਕਿ ਤਿਉਂ ਪੜ੍ਹ ਕੇ ਸੁਣਾ ਰਿਹਾ। ਗੁਰੂ ਕਿਹਨੂੰ ਕਹਿੰਦੇ ਨੇ? ਜਿਹੜਾ ਰੱਬ ਦੇ ਡਾਕੀਏ ਹੁੰਦੇ ਨੇ। ਰੱਬ ਤੋਂ ਲਿਆਂਦੀ ਚੀਜ਼ ਜਿਉਂ ਕਿ ਤਿਉਂ ਫੜਾਉਂਦੇ ਨੇ, ਇਨਸਾਨਾਂ ਤੱਕ ਪਹੁੰਚਾਉਂਦੇ ਨੇ, ਉਹ ਰੱਬ ਦੇ ਡਾਕੀਏ ਕਹੀਏ। ਬੰਦਾ ਨਾ ਤਾਂ ਉਹ ਚਿੱਠੀਆਂ ਨੂੰ ਪੜ੍ਹਦਾ ਹੈ ਜਿਹੜੀਆਂ ਰੱਬ ਤੋਂ ਆਈਆਂ ਨੇ। ਬਾਣੀ ਇੱਕ ਸੁਨੇਹਾ ਹੈ। ਧੁਰ ਕੀ ਬਾਣੀ ਆਈ, ਧੁਰੋਂ ਆਇਆ ਹੋਇਆ ਫੁਰਮਾਨ, ਇੱਕ ਚਿੱਠੀ ਆ ਇਲਾਹੀ। ਇਹ 'ਚ ਰੱਬ ਦੇ ਨਾਲ ਗੱਲਾਂ ਨੇ। ਰੱਬ ਬਾਰੇ ਗੱਲਾਂ ਵੀ ਨਹੀਂ ਕਹਿ ਸਕਦੇ ਆਪਾਂ, ਰੱਬ ਦੇ ਨਾਲ ਹੀ ਗੱਲਾਂ ਕੀਤੀਆਂ ਹੋਈਆਂ ਨੇ। ਕਈ ਧਰਮਾਂ ਦੀਆਂ ਪੁਸਤਕਾਂ, ਸਾਰੇ ਧਰਮ ਦੇਖੋ ਸਤਿਕਾਰਯੋਗ ਨੇ, ਉਹਨਾਂ 'ਚ ਕਈਆਂ 'ਚ ਕਹਾਣੀਆਂ ਨੇ, ਕਈਆਂ ਦੇ ਵਿੱਚ ਰੱਬ ਬਾਰੇ ਦੱਸਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰੱਬ ਦੇ ਨਾਲ ਹੀ ਗੱਲਾਂ ਕੀਤੀਆਂ ਹੋਈਆਂ ਨੇ, ਜਿਵੇਂ ਮਾਂ ਪੁੱਤ ਨਾਲ ਕਰਦੀ ਆ। ਇਹ ਇਹਨੂੰ ਖਾਸ ਬਣਾਉਂਦੀ ਹੈ ਚੀਜ਼। ਇਸ ਕਰਕੇ ਰੱਬ ਦੇ ਡਾਕੀਏ ਹੁੰਦੇ ਨੇ ਗੁਰੂ ਸਾਹਿਬ, ਉਹਦੇ ਭਗਤ, ਉਹਦੇ ਪਿਆਰੇ। ਉਹ ਚਿੱਠੀ ਲਿਆ ਕੇ ਸਾਨੂੰ ਪੜ੍ਹਾਉਂਦੇ ਨੇ, ਸੁਣਾਉਂਦੇ ਨੇ, ਜ਼ੋਰ ਲਾ ਸੁਣਾਉਂਦੇ ਨੇ। ਗੁਰੂ ਨਾਨਕ ਸਾਹਿਬ ਜੀ 82,000 ਕਿਲੋਮੀਟਰ ਚੱਲ ਕੇ ਗਏ। ਕੀ ਕਰਨ ਗਏ? ਪੁੱਛਿਆ ਕਿਸੇ ਨੇ, ਕਹਿੰਦੇ ਕੀ ਗੱਲ, ਤਲਵੰਡੀ ਰਹਿ ਲੈਂਦੇ, ਰਾਏ ਭੋਏ ਦੀ ਤਲਵੰਡੀ, ਉੱਥੇ ਰਹਿ ਲੈਂਦੇ। ਸ਼੍ਰੀ ਚੰਦ ਸੀ, ਲਖਮੀ ਦਾਸ ਸੀ, ਕਿਉਂ ਨਹੀਂ ਰਹੇ ਉੱਥੇ? ਪ੍ਰਸ਼ਨ ਕਿਸੇ ਨੇ ਕੀਤਾ ਉਹਨਾਂ ਦੇ ਵੀ, ਕਿਉਂ ਨਹੀਂ ਰਹੇ? ਉਹਨਾਂ ਨੂੰ ਕੀ ਲੋੜ ਸੀ? ਉਹ ਕਹਿੰਦੇ ਜੇ ਮਾਂ ਦੇ ਸਾਹਮਣੇ ਉਹਦਾ ਬੱਚਾ ਬਿਮਾਰ ਹੋ ਜੇ, ਜਵਾਬ ਦੇਣ ਵਾਲੇ ਨੇ ਦਿੱਤਾ ਹੈ, ਮਾਂ ਨੂੰ ਨੀਂਦ ਨਹੀਂ ਆਉਂਦੀ। ਪੁੱਛੋ ਵੀ ਮਾਂ, ਬੱਚਾ ਬਿਮਾਰ ਆ, ਨੀਂਦ ਤੈਨੂੰ ਨਹੀਂ ਆ ਰਹੀ, ਕਾਰਨ ਦੱਸ। ਮਾਂ ਕਹੂਗੀ ਬੱਚਾ ਤਨ ਕਰਕੇ, ਸਰੀਰ ਕਰਕੇ ਬਿਮਾਰ ਆ, ਇਹਨੂੰ ਬੁਖਾਰ ਚੜਿਆ, ਮੈਂ ਮਨ ਕਰਕੇ ਸੋਗੀ ਆ, ਜਿੰਨਾ ਸਮਾਂ ਇਹ ਠੀਕ ਨਹੀਂ ਨਾ ਹੁੰਦਾ ਮੈਨੂੰ ਟਿਕਾ ਨਹੀਂ ਆਉਣਾ, ਮੈਨੂੰ ਵੀ ਨੀਂਦ ਨਹੀਂ ਆਉਣੀ। ਗੁਰੂ ਨਾਨਕ ਜੀ ਦੇ ਅੰਦਰ ਇੱਕ ਸੱਲ ਸੀ, ਲੋਕ ਦੁਖੀ ਆ। ਹਰ ਬਾਣੀ 'ਚ ਕਹਿੰਦੇ ਨੇ ਨਾਨਕ ਦੁਖੀਆ ਸਭ ਸੰਸਾਰ। ਉਹਨਾਂ ਦਾ ਇਹੀ ਸੁਪਨਾ ਸੀ, ਮੈਂ ਰੱਬ ਦੀਆਂ ਚਿੱਠੀਆਂ ਸੁਣਾ ਕੇ, ਇਹਨਾਂ ਨੂੰ ਸੁਨੇਹਾ ਦੇ ਕੇ, ਪੈਗਾਮ ਦੇ ਕੇ ਸੌਖੇ ਕਰਦਾ ਇਹਨਾਂ ਨੂੰ। ਇਹ ਸੁਪਨਾ ਸੀ, ਸੱਚ ਦਿਖਾ ਦਿਆਂ, ਚਾਨਣ ਕਰਾ ਦਿਆਂ। ਤਾਂ ਹੀ ਇੰਨੀ ਯਾਤਰਾ ਉਹਨਾਂ ਕੀਤੀ। ਉਹ ਸਾਡੇ ਮਾਂ ਪਿਓ ਨੇ ਗੁਰੂ ਜੀ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਉਹ ਸਾਡੇ ਮਾਂ ਪਿਓ ਵਾਂਗ ਨੇ। ਤੇ ਮਾਂ ਉਹਨਾਂ ਸਮਾਂ ਕਿਵੇਂ ਚੈਨ ਦੇ ਨਾਲ ਬਹਿ ਜਾਏਗੀ? ਕਿਵੇਂ ਉਹ ਤਲਵੰਡੀ ਰਹਿੰਦੇ ਫਿਰ, ਜਾਂ ਸੁਲਤਾਨਪੁਰ ਲੋਧੀ ਵਿੱਚ ਕਿਵੇਂ ਟਿਕਦੇ? ਨਹੀਂ, ਉਹ ਤਾਂ ਬਸ ਉਹਨਾਂ ਦੱਸਿਆ ਸੀ ਕਿਰਤ ਇਉਂ ਕਰੀਦੀ ਆ, ਉਹਨੂੰ ਯਾਦ ਕਰਕੇ ਤੋਲੀ ਦਾ।
13 ਤੋਲਣ ਦਾ ਮਤਲਬ ਇਹੀ ਸੀ, ਉਹ ਕੋਈ ਕਰਾਮਾਤ ਨਹੀਂ ਸੀ ਦਿਖਾਉਣਾ ਚਾਹੁੰਦੇ। ਕਾਰਨ ਇਹ ਸੀ ਕਿ ਵਪਾਰ ਇਵੇਂ ਵੀ ਹੋ ਸਕਦਾ, ਜ਼ਰੂਰੀ ਨਹੀਂ ਵਪਾਰ ਦੇ ਵਿੱਚ ਵਪਾਰ ਕਰਦੇ ਕਰਦੇ ਤੋਲ ਮੋਲ ਦੇ ਵਿੱਚ ਹੇਰ ਫੇਰ ਹੀ ਕੀਤੀ ਜਾਂਦੀ ਆ। ਵਪਾਰ 13 ਉਹਨੂੰ ਯਾਦ ਕਰਕੇ ਵੀ ਹੋ ਸਕਦਾ, ਹਲ ਵੀ ਐਵੇਂ ਵਾਹੇ ਜਾ ਸਕਦੇ ਆ ਰੱਬ ਨੂੰ ਯਾਦ ਕਰਕੇ। ਇੱਥੇ ਹੀ ਕਰਤਾਰਪੁਰ ਬਣ ਸਕਦਾ। ਇਹ ਸਾਰੀਆਂ ਚੀਜ਼ਾਂ ਉਹਨਾਂ ਤਾਂ ਕੀਤੀਆਂ ਸੀ, ਬੰਦਾ ਕਿਤੇ ਹੋਰ ਹੀ ਉਲਝ ਗਿਆ। ਰੱਬ ਦੇ ਲਿਆਂਦੇ ਹੋਏ ਚਿੱਠੀਆਂ ਪੱਤਰਾਂ ਨੂੰ ਗੁਰੂ ਜੋ ਲੈ ਕੇ ਆਇਆ ਸੀ, ਬੰਦੇ ਨੇ ਉਹਨੂੰ ਖੋਲ੍ਹਿਆ ਤੱਕ ਨਹੀਂ, ਬੰਦੇ ਨੇ ਉਹਨੂੰ ਸਮਝਿਆ ਤੱਕ ਨਹੀਂ, ਬੰਦੇ ਨੇ ਉਹਦੀ ਕਦਰ ਨਹੀਂ ਜਾਣੀ। ਇੱਕ ਮੈਂ ਪੁਸਤਕ ਪੜ੍ਹੀ ਸੀ, ਉਹਦੇ ਵਿੱਚ ਇੱਕ ਲਾਈਨ ਹੀ ਲਿਖੀ ਹੋਈ ਆ, ਮੈਨੂੰ ਲੱਗਦਾ ਵੀ ਵਾਕਈ ਉਹ ਸੱਚ ਆ। ਕਹਿੰਦੇ ਔਕਾਤ ਤੋਂ ਮਹਿੰਗੀ ਲਈ ਹੋਈ ਚੀਜ਼ ਜਿਹੜੀ ਆ, ਕੋਈ ਵੀ ਚੀਜ਼ ਆ, ਦੁਨਿਆਵੀ ਚੀਜ਼ ਕਹਿ ਸਕਦੇ ਆ, ਪਰ ਆਪਾਂ ਨੂੰ ਧਾਰਮਿਕ ਪਾਸੇ ਲਾ ਕੇ ਦੇਖਾਂਗੇ। ਔਕਾਤ ਤੋਂ ਮਹਿੰਗੀ ਹੋਈ ਮਿਲੀ ਚੀਜ਼ ਵਰਤੀ ਨਹੀਂ, ਸਾਂਭੀ ਜਾਂਦੀ ਆ। ਔਕਾਤ ਮੇਰੀ ਕਿੰਨੀ ਕੁ ਔਕਾਤ ਹੈ, ਮੇਰੀ ਸਮਝ ਕਿੰਨੀ ਕੁ, ਜੇ ਉਦੋਂ ਵੱਡੀ ਚੀਜ਼ ਮੈਨੂੰ ਮਿਲ ਗਈ ਮੈਂ ਉਹਨੂੰ ਵਰਤਣਾ ਨਹੀਂ, ਮੈਂ ਉਹਨੂੰ ਸਾਂਭ ਹੀ ਲੈਣਾ ਵਾ। ਬਾਣੀ ਬਹੁਤ ਉੱਚੀ ਆ। ਅਸੀਂ ਹਜੇ ਇਹ ਚਿੱਠੀਆਂ ਨੂੰ ਰੱਬ ਦੇ ਡਾਕੀਆਂ ਦੀ ਸੰਭਾਲ ਵੀ ਨਹੀਂ ਹੋ ਸਕੀ, ਉਹਨਾਂ ਦੇ ਵੀ ਰੋੜੇ ਮਾਰੇ ਗਏ ਨੇ। ਤੇ ਪਰ ਮੈਂ ਕਹਾਂਗਾ ਵੀ ਉਹ ਚੀਜ਼ ਦੀ ਕਦਰ ਹਜੇ ਨਹੀਂ ਪਈ। ਜੋ ਜਿਨ੍ਹਾਂ ਨੇ ਸਾਡੇ ਲਈ ਖੂਨ ਵਹਾਇਆ, ਅਸੀਂ ਉਹਨਾਂ ਲਈ ਚੌਂਕੜਾ ਮਾਰੀਏ, ਇਹ ਵੀ ਨਹੀਂ ਹੋ ਰਿਹਾ। ਬਾਕੀ ਗੱਲਾਂ ਬਹੁਤ ਦੂਰ ਰਹਿ ਗਈਆਂ ਨੇ। ਇੱਕ ਮੈਂ ਕਹਾਣੀ ਪੜ੍ਹੀ ਸੀ, ਹੋਰ ਸਮਝ ਆਵੇਗੀ ਬੰਦਾ ਕਿਵੇਂ ਉਲਝ ਜਾਂਦਾ। ਮਹਾਂਪੁਰਸ਼ਾਂ ਦੀ ਲਿਖੀ ਆ। ਕਹਿੰਦੇ ਇੱਕ ਰਾਜਾ ਸੀ, ਉਹਦੇ ਕੋਈ ਸੰਤਾਨ ਨਹੀਂ ਹੋਈ, ਕੋਈ ਸੰਤਾਨ ਨਹੀਂ ਹੋਈ ਉਹਦੇ। ਦੇਖੋ ਕੋਈ ਵੀ ਇਸਤਰੀ ਉਹਦੇ ਜਦੋਂ ਔਲਾਦ ਨਾ ਹੋਵੇ, ਆਪਣੇ ਆਪ ਨੂੰ ਸੰਪੂਰਨ ਨਹੀਂ ਮੰਨਦੀ। ਉਹ ਮਾਂ ਹੋਣ ਦਾ ਸੁੱਖ ਹੀ ਇਸਤਰੀ ਨੂੰ ਇਹ ਯਕੀਨ ਦਿਵਾਉਂਦਾ ਵੀ ਤੂੰ ਸੰਪੂਰਨ, ਨਹੀਂ ਤਾਂ ਲੋਕ ਉਹਨੂੰ ਬਾਂਝ ਕਹਿੰਦੇ ਨੇ, ਉਹਨੂੰ ਤਾਨੇ ਸਹਿਣੇ ਪੈਂਦੇ ਨੇ ਲੋਕਾਂ ਦੇ। ਇਵੇਂ ਹੀ ਮਰਦ ਹੈ, ਜਦੋਂ ਤੱਕ ਉਹ ਪਿਤਾ ਨਹੀਂ ਬਣ ਜਾਂਦਾ ਨਾ, ਉਹਨੂੰ ਐਂ ਹੁੰਦਾ ਵੀ ਕਾਸ਼ ਰੱਬ ਮੇਰੀ ਸੁਣੇ। ਤਾਂ ਇਸ ਪ੍ਰਕਾਰ ਫਿਰ ਉਹਦੀ ਔਲਾਦ ਨਹੀਂ ਸੀ, ਉਹਨੇ ਬਹੁਤ ਫਰਿਆਦਾਂ ਕੀਤੀਆਂ, ਨਹੀਂ ਸੰਪੂਰਨ ਹੋਈ। ਉਹਨੇ ਹੁਣ ਉੱਤਰਾਧਿਕਾਰੀ ਚੁਣਨਾ ਸੀ, ਬਜ਼ੁਰਗ ਹੋ ਗਿਆ। ਕਹਿਣ ਲੱਗਾ ਜਿਹੜਾ ਸਾਡੇ ਰਾਜ ਦੇ ਵਿੱਚ ਸਵੇਰੇ ਸੂਰਜ ਚੜ੍ਹਨ ਤੇ ਅੰਮ੍ਰਿਤ ਵੇਲੇ ਪਹਿਲੀ ਕਿਰਨ ਦੇ ਨਾਲ ਮੇਰੇ ਕੋਲ ਇੱਥੇ ਆਊਗਾ, ਉਹਨੂੰ ਮੈਂ ਆਪਦਾ ਰਾਜ ਦੇ ਦੂੰਗਾ। ਇਵੇਂ ਉਹਨੇ ਆਖਿਆ। ਵਜ਼ੀਰ ਕਹਿੰਦੇ ਸਵੇਰ ਤੋਂ ਲੈ ਕੇ ਤੁਹਾਡੇ ਤੱਕ ਤਾਂ ਲੈਣਾ ਹੀ ਲੈਣਾ ਲੱਗ ਜਾਣੀਆਂ ਇੱਥੇ, ਕਿਹਨੂੰ ਦੇਵੋਗੇ ਰਾਜ, ਕਿਹਨੂੰ ਹਿੱਸਾ ਦੇਵੋਗੇ? ਇੰਨੇ ਹਿੱਸਿਆਂ 'ਚ ਵੰਡਿਆ ਜਾਣਾ, ਕਿਸੇ ਨੂੰ ਇੱਕ ਟੁਕੜਾ ਵੀ ਨਹੀਂ ਹੋਣਾ, ਇੰਨੇ ਲੋਕ ਆ ਜਾਣਗੇ ਜਦੋਂ ਕਿਸੇ ਨੂੰ ਪਤਾ ਲੱਗਾ। ਰਾਜਾ ਕਹਿੰਦਾ ਨਹੀਂ, ਇਵੇਂ ਹੋ ਹੀ ਨਹੀਂ ਸਕਦਾ। ਜੋ ਮੈਂ ਕਰਾਂਗਾ ਨਾ, ਉਹਦੇ ਨਾਲ ਮੇਰੇ ਤੱਕ ਇੱਕ ਹੀ ਪਹੁੰਚੇਗਾ ਦੇਖਣ। ਕਹਿੰਦੇ ਕੀ ਕਰੋਗੇ? ਕਹਿੰਦਾ ਜਿਹੜਾ ਰਸਤੇ 'ਚੋਂ ਆਉਣਾ ਨਾ, ਉੱਥੇ ਮੈਂ ਮੇਲਾ ਆਯੋਜਿਤ ਕਰ ਦਾਂਗਾ, ਮੇਲਾ ਲਗਵਾ ਦਾਂਗਾ, ਉੱਥੇ ਸ਼ਰਾਬਾਂ ਪਿਆ ਦਾਂਗਾ, ਖੁੱਲ੍ਹੀ ਸ਼ਰਾਬ ਹੋਵੇਗੀ, ਜੂਆ ਹੋਵੇਗਾ, ਫ੍ਰੀ ਹੋਵੇਗਾ ਸਭ। ਉੱਥੇ ਬਾਜ਼ਾਰ ਹੋਣਗੇ, ਨਾਚ ਹੋਵੇਗਾ, ਬਹੁਤ ਤਰ੍ਹਾਂ ਦੇ ਉਹ ਚੀਜ਼ਾਂ, ਭਾਵ ਕਿ ਸੋਨੇ ਦੇ ਖੁੱਲ੍ਹੇ ਭੰਡਾਰੇ ਹੋਣਗੇ, ਚਾਂਦੀ ਦੇ ਖੁੱਲ੍ਹੇ ਭੰਡਾਰੇ। ਲੋਕਾਂ ਨੇ ਉਹ 'ਚ ਹੀ ਉਲਝ ਜਾਣਾ, ਮੇਰੇ ਤੱਕ ਤਾਂ ਕੋਈ ਬਿਰਲਾ ਹੀ ਆਊਗਾ। ਇਵੇਂ ਹੀ ਹੋਇਆ ਵਾਕਈ, ਉਹਨੇ ਉਵੇਂ ਕਰ ਦਿੱਤਾ। ਇਹ ਸਿਰਫ ਪਰਖ ਵਾਸਤੇ ਸੀ ਉੱਤਰਾਧਿਕਾਰੀ ਦੀ। ਲੋਕ ਆਉਣ, ਕਈ ਨਾਚ ਦੇਖਣ ਲੱਗ ਗਏ, ਲੋਕ ਆਉਣ, ਕਈ ਸ਼ਰਾਬ ਪੀ ਕੇ ਉੱਥੇ ਡਿੱਗ ਪਏ ਰਾਹ 'ਚ। ਰਾਜੇ ਤੱਕ ਕਿਹਨੇ ਪਹੁੰਚਣਾ ਸੀ? ਇਸ ਕਰਕੇ ਕਈ ਜੂਆ ਖੇਡਣ ਲੱਗ ਗਏ, ਕਈ ਸੋਨੇ ਨੂੰ ਦੇਖ ਕੇ ਹੀ ਉਲਝ ਗਏ। ਜਿਵੇਂ ਮੈਂ ਆਖਿਆ ਹੈ ਵੀ ਰਾਜੇ ਦੀ ਕਦਰ, ਇੱਥੇ ਰਾਜਾ ਹੈ ਰੱਬ। ਇੱਕ ਨੌਜਵਾਨ ਸੀ ਜੋ ਨੱਕ ਦੀ ਸੇਧ ਨਾ ਗਿਆ, ਨਾ ਸੱਜੇ ਨਾ ਖੱਬੇ, ਉਹਨੇ ਦੇਖਿਆ ਹੀ ਨਹੀਂ। ਰਾਜੇ ਕੋਲ ਜਾ ਕੇ ਅੰਮ੍ਰਿਤ ਵੇਲੇ ਮੱਥਾ ਟੇਕਿਆ, ਸਜਦਾ ਕੀਤਾ, ਕਹਿੰਦਾ ਲਓ ਜੀ ਮੈਂ ਆ ਗਿਆ ਹਾਂ। ਵਜ਼ੀਰਾਂ ਨੂੰ ਆਖਿਆ ਇਹ ਹੈ ਅਸਲੀ ਮੇਰਾ ਉੱਤਰਾਧਿਕਾਰੀ, ਇਹ ਬਣੇਗਾ। ਇਹ ਤਾਂ ਮਹਾਂਪੁਰਸ਼ ਕਹਿੰਦੇ ਹੋ ਸਕਦਾ ਇੱਦਾਂ ਦੀ ਕੋਈ ਕਹਾਣੀ ਨਾ ਹੀ ਹੋਈ ਹੋਵੇ, ਇਹ ਝੂਠ ਹੋਵੇ, ਪਰ ਇਹਦੇ ਪਿੱਛੇ ਲੁਕਿਆ ਹੋਇਆ ਸੱਚ ਜੋ ਆ ਉਹ ਕੌੜਾ ਹੈ, ਬਹੁਤ ਵੱਡਾ ਸੱਚ ਆ। ਰੱਬ ਨੇ ਕੀ ਕੀਤਾ ਹੋਇਆ ਵਾ, ਆਪਣੇ ਤੱਕ ਪਹੁੰਚਣ ਲਈ ਬਾਣੀ ਵੀ ਬਣਾ ਦਿੱਤੀ ਆ, ਸੱਚ ਵੀ ਬਣਾ ਦਿੱਤਾ।
ਤੇ ਵਿਕਾਰ ਤਾਂ ਇੱਕ ਨਹੀਂ ਬਹੁਤ ਨੇ। ਜਿਵੇਂ ਕਹਿੰਦੇ ਹੁੰਦੇ ਆ ਸੱਚ ਸੱਚ ਹੀ ਹੁੰਦਾ ਇੱਕ ਤਰ੍ਹਾਂ ਦਾ ਹੀ, ਝੂਠ ਕਈ ਪ੍ਰਕਾਰ ਦੇ ਹੋ ਸਕਦੇ ਆ। ਦੇਹ ਅਰੋਗਤਾ ਇੱਕ ਤਰ੍ਹਾਂ ਦੀ ਹੁੰਦੀ ਆ, ਰੋਗ ਕੈਂਸਰ ਸ਼ੂਗਰ ਬਿਮਾਰੀਆਂ ਬਲੱਡ ਦੀਆਂ ਹਾਰਟ ਦੀਆਂ ਕਿੰਨੀਆਂ ਹੁੰਦੀਆਂ ਨੇ। ਵਿਕਾਰ ਬਾਹਲੇ ਨੇ, ਵਿਕਾਰ ਬਾਹਲੇ ਨੇ ਤੇ ਬਚਾਉਣ ਵਾਲੀ ਇੱਕ ਚੀਜ਼ ਹੀ ਆ, ਤਾਂ ਹੀ ਬੰਦਾ ਕਹਿੰਦੇ ਫਸ ਜਾਂਦਾ। ਇੰਨੇ ਲੋਕ ਮੇਲੇ 'ਚ ਕਿਉਂ ਉਲਝ ਗਏ? ਚੀਜ਼ਾਂ ਹੀ ਬਹੁਤ ਆ ਬੰਦੇ ਨੂੰ ਫਸਾਉਣ ਨੂੰ। ਸਰਵਰ ਪੰਖੀ ਹੇਕੜੋ ਫਾਹੀ ਵਾਲ 50, ਇਹ ਪੰਛੀ ਕੱਲਾ ਇਹਦੇ ਮਗਰ ਸ਼ਿਕਾਰੀ ਬਹੁਤੇ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਇਹ ਪੰਛੀ ਕੱਲਾ ਹੈ ਇਹਦੇ ਮਗਰ ਸ਼ਿਕਾਰੀ ਬਹੁਤੇ। ਫਸਾਉਣ ਵਾਲੀਆਂ ਚੀਜ਼ਾਂ 100 ਆ, ਬਚਾਉਣ ਵਾਲੀ ਇੱਕ ਆ, ਤੇ ਫਸਣ ਦੀ ਸੰਭਾਵਨਾ ਬਾਹਲੀ ਹੋ ਜਾਂਦੀ ਆ। ਤਾਂ ਹੀ 99% ਲੋਕ ਫਸ ਜਾਂਦੇ ਨੇ, 1% ਵਿੱਚੋਂ ਨਿਕਲਦੇ ਨੇ, ਉਹ ਨੌਜਵਾਨ ਦੇ ਵਾਂਗ। ਸੋ ਇੱਥੇ ਰਾਜਾ ਹੈ ਪ੍ਰਤੀਕ ਰੱਬ ਦਾ, ਉਹ ਲੋਕ ਪ੍ਰਤੀਕ ਨੇ ਅਸੀਂ ਆ ਉਹ ਨੌਜਵਾਨ ਪ੍ਰਤੀਕ ਆ ਸੰਤ। ਉਹ ਸੰਤ ਸੀ ਜਿਹੜਾ ਜਾ ਕੇ ਰਾਜੇ ਨੂੰ ਮਿਲ ਗਿਆ, ਆਸੇ ਪਾਸੇ ਉਹਨੇ ਦੇਖਿਆ ਤੱਕ ਨਹੀਂ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸਗਲਾ ਦੁੱਖ ਮਿਟਾਇਆ, ਤਾਪ ਰੋਗ ਗਏ ਗੁਰ ਬਚਣੀ, ਮਨ ਇੱਛੇ ਫਲ ਪਾਇਆ। ਉਦੋਂ ਜਦੋਂ ਰਾਜਾ ਮਿਲ ਗਿਆ ਜਿਹਨੂੰ, ਫਿਰ ਉਹਨੂੰ ਚਾਂਦੀ ਦੀ ਲੋੜ ਕੀ ਸੀ, ਉਹਨੂੰ ਸਭ ਮਿਲ ਗਿਆ। ਉਹ ਓਨੀ ਕੁ ਸ਼ਰਾਬ ਪੀ ਕੇ ਉੱਥੇ ਟੁੰਨ ਹੋ ਗਏ। ਜਿਹੜਾ ਰਾਜੇ ਕੋਲ ਪਹੁੰਚਿਆ ਸਭ ਕੁਝ ਉਹਦਾ ਹੋ ਗਿਆ, ਮਾਲਕ ਬਣ ਗਿਆ। ਇਸ ਕਰਕੇ ਗੁਰੂ ਮਹਾਰਾਜ ਸਾਨੂੰ ਇਹ ਸਮਝਾਉਂਦੇ ਹਨ ਕਿ ਹੇ ਇਨਸਾਨ ਬਹੁਤ ਵਿਕਾਰ ਆ ਇੱਥੇ, ਬਹੁਤ ਚੀਜ਼ਾਂ ਤੈਨੂੰ ਭਰਮਾਉਣ ਲਈ ਹਨ, ਪਰ ਇੱਥੇ ਇੱਕ ਚੀਜ਼ ਹੀ ਆ ਜਿਹੜੀ ਤੈਨੂੰ ਬਚਾ ਸਕਦੀ ਹੈ, ਉਹ ਹੈ ਗੁਰਸਿੱਖ ਪਿਆਰਿਓ ਨਾਮ ਤੇ ਉਹਦਾ ਸਿਮਰਨ। ਕਿਹਾ ਜਾਂਦਾ ਵੀ ਸਿਮਰਨ ਜਿਹੜਾ ਵਿਹਲੇ ਮਨ ਨੂੰ ਠੀਕ ਰੱਖਦਾ, ਸਿਮਰਨ ਜਿਹੜਾ ਹੁੰਦਾ ਵਿਹਲੇ ਆਪਾਂ ਬੈਠੇ ਹਾਂ ਕੁਝ ਹੋਰ ਹੀ, ਜਾਂ ਤਾਂ ਅਸੀਂ ਚਿੰਤਾ ਹੀ ਕਰੀ ਜਾਣੀ ਆ, ਜਾਂ ਅਸੀਂ ਬੀਤੇ ਸਮੇਂ ਬਾਰੇ ਸੋਚੀ ਜਾਣਾ, ਜਾਂ ਕਿਸੇ ਦਾ ਮਾੜਾ ਹੀ ਚਿੱਤ ਵੀ ਜਾਣਾ। ਪਰ ਜੇ ਤੁਸੀਂ ਉਹਦੀ ਜਗ੍ਹਾ 'ਤੇ ਸਿਮਰਨ ਜੋੜ ਦੋਗੇ, ਉੱਥੇ ਉਹ ਖਿਆਲ ਜਿੱਥੇ ਮਾੜਾ ਤੁਸੀਂ ਸੋਚ ਰਹੇ ਹੋ ਜਾਂ ਚਿੰਤਾ ਕਰ ਰਹੇ ਹੋ ਜਾਂ ਐਵੇਂ ਆਲਤੂ ਫਾਲਤੂ ਦੀਆਂ ਗੱਲਾਂ ਨੇ, ਜੇ ਉੱਥੇ ਸਿਮਰਨ ਹੋ ਜੇ ਉਹਦੇ ਜੈਸੀ ਕੋਈ ਰੀਸ ਨਹੀਂ। ਆਓ ਹੁਣ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਮਾਲਕ ਦਾ ਨਾਮ ਯਾਦ ਕਰੀਏ, ਉਹਨੂੰ ਚੇਤੇ ਕਰੀਏ, ਆਪਦੇ ਮਨ ਨੂੰ ਕਹੀਏ ਵੀ ਤੂੰ ਕਿੱਥੇ ਚਲਿਆ ਜਾਣਾ, ਵਾਪਸ ਆ ਜਾ, ਅਸਲੀ ਟਿਕਾਣਾ ਤੇਰਾ ਹਿਰਦੇ ਹੀ ਆ, ਹੋਰ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਜਿੱਥੇ ਮਰਜ਼ੀ ਘੁੰਮ ਆਈ, ਘਰ ਹੀ ਕੰਮ ਆਉਂਦਾ ਹੁੰਦਾ। ਆਮ ਇੱਕ ਇਹ ਧਾਰਨਾ, ਘਰ ਵਿੱਚ ਲੜਾਈ ਹੋ ਜੇ ਆਪਾਂ ਕਹਿੰਦੇ ਜਿੱਥੇ ਮਰਜ਼ੀ ਚਲਾ ਜਾ, 4 ਦਿਨ ਰਹਿ ਲੇਗਾ, 10 ਦਿਨ ਰਹਿ ਲੇਗਾ, ਮਹੀਨਾ ਰਹਿ ਲੇਗਾ, ਤੇਰਾ ਘਰ ਹੀ ਤੇਰੇ ਕੰਮ ਆਉਣਾ। ਕਹਾਂ ਚੱਲੋ ਮਨ ਰਹੋ ਘਰੇ, ਹੇ ਮਨ ਤੂੰ ਕਿੱਧਰ ਚੱਲਿਆ, ਨਾਮ ਹੀ ਤੇਰੇ ਕੰਮ ਆਉਣਾ। ਆਓ ਪਿਆਰਿਓ ਆਪਾਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੀਏ, ਆਪਦੇ ਇਹ ਮਨ ਨੂੰ ਟਿਕਾ ਲਿਆਈਏ, ਸੋਹਣੀ ਜ਼ਿੰਦਗੀ ਬਣਾਈਏ। Guru
देहो सज्जने असीसड़ियाँ जो होवै साहिब स्यों मेल। वाहिगुरु जी का खालसा वाहिगुरु जी की फतेह।